25-30 ਸਾਲ ਤਕਰੀਬਨ ਵਾਲੀਬਾਲ ਖੇਡਦਾ ਰਿਹਾ। ਓਹ ਨਾਈਸ। ਔਰ ਉਸ ਤੋਂ ਬਾਅਦ ਜਦੋਂ ਇਸ ਦੇ ਨਾਲ ਜਿੱਦਾਂ ਹੁੰਦਾ ਵੀ ਥੋੜਾ ਬਾਡੀ ਸਲੋ ਡਾਊਨ ਹੋ ਜਾਂਦੀ ਹੈ ਤੇ ਮੈਂ ਦੇਖਿਆ ਵੀ ਇੱਥੇ ਨਿਊਟਨ ਟੈਨਿਸ ਕਲੱਬ ਦੇ ਵਿੱਚ ਇੱਕ ਦਿਨ ਆਇਆ ਘੁੰਮਦਾ ਕਰਦੇ ਖੇਡਦੇ ਤਾਂ ਫਿਰ ਸ਼ੌਂਕ ਪੈ ਗਿਆ ਜਿੱਦਾਂ ਕਾਫੀ। ਮੇਰੇ ਦੋਨੋਂ ਬੱਚੇ ਵੀ ਇੰਟਰਸਟਡ ਸੀਗੇ, ਉਹ ਵੀ ਟੈਨਿਸ ਖੇਡਣ ਲੱਗ ਗਏ ਤੇ ਮੈਂ ਵੀ ਇਸ ਤਰ੍ਹਾਂ ਸ਼ੁਰੂ ਕਰ ਦਿੱਤੀ। ਮੈਨੂੰ ਲੱਗਦਾ ਟੈਨਿਸ ਦੇ ਨਾਲ ਹਰ ਕਿਸੇ ਦਾ ਪਿਆਰ ਹੈਗਾ ਆ, ਚਾਹੇ ਅਸੀਂ ਛੋਟੇ ਹੁੰਦੇ ਉੱਥੇ ਬੈਡਮਿੰਟਨ ਖੇਡਦੇ ਹੁੰਦੇ ਸੀ, ਚੱਲ ਉਹ ਟੈਨਿਸ ਡਿਫਰੈਂਟ ਗੇਮ ਹੈਗੀ ਹੈ, ਪਰ ਇਹ ਹੈ ਕਿ ਕਿਸੇ ਦਾ ਇੰਟਰਸਟ ਹੁੰਦਾ ਕਿ ਅਸੀਂ ਟੈਨਿਸ ਖੇਡਣੀ ਹੈ ਜਾਂ ਅਸੀਂ ਕੋਈ ਗੇਮ ਖੇਡਣੀ ਹੈ। ਗੇਮ ਦਾ ਹੋਣਾ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ। ਤੁਹਾਨੂੰ ਕੀ ਲੱਗਦਾ ਹੈ ਕਿ ਗੇਮ ਦੇ ਨਾਲ ਜੁੜਨਾ ਕਿੰਨਾ ਕੁ ਜ਼ਰੂਰੀ ਹੈ, ਕਿਉਂਕਿ ਤੁਸੀਂ ਕਿਹਾ ਕਿ ਸ਼ੁਰੂ ਤੋਂ ਖੇਡਦੇ ਆਏ ਹੋ? ਸੋ ਸਾਡੀ ਜਿਹੜੀ ਮੇਰੀ ਪੁਸ਼ ਸੀਗੀ, ਜਿੰਨੀ ਵੀ ਐਗਜ਼ੈਕਟਿਵ ਕਮੇਟੀ ਸੀਗੀ, ਉਹਨਾਂ ਦੇ ਲਈ ਇਹ ਸੀਗੀ ਵੀ ਜਿਹੜੀ ਟੈਨਿਸ ਆ ਆਪਣੀ ਕਮਿਊਨਿਟੀ ਦੇ ਵਿੱਚ ਅਫੋਰਡੇਬਲ ਕਰਾਈ ਜਾਵੇ, ਹੈ ਨਾ। ਹੁਣ ਗੱਲ ਇੱਥੇ ਤੱਕ ਪਹੁੰਚ ਗਈ ਹੈ ਅਰਸ਼ਦੀਪ ਜੀ ਵੀ ਸਾਡੇ ਕੋਲ ਇੱਕ ਜਿੱਦਾਂ ਕਹਿੰਦੇ ਵੀ ਸਮੱਸਿਆ, ਪਰ ਗੁੱਡ ਸਮੱਸਿਆ ਹੁਣ ਸਾਡੇ ਕੋਲ। ਅੱਛਾ ਜੀ। ਸਮੱਸਿਆ ਇਹ ਆ ਵੀ ਸਾਡੇ ਕੋਲ ਬੱਚੇ ਇੰਨੇ ਆ, ਰਿਕੁਐਸਟ ਇੰਨੀਆਂ ਆ ਰਹੀਆਂ ਵੀ ਸਾਡੇ ਕੋਲ ਉਹਨਾਂ ਨੂੰ ਅਕੋਮੋਡੇਟ ਨਹੀਂ ਕਰ ਸਕਦੇ। ਵਾਓ। ਸੋ ਪੂਰੀ ਟੀਮ ਹੋਣੀ ਚਾਹੀਦੀ ਹੈ, ਕਿਉਂਕਿ ਟੀਮ ਵਰਕ ਦੇ ਨਾਲ ਹੀ ਜਿਹੜੀਆਂ ਸਪੋਰਟਸ ਹੈਗੀਆਂ ਚੱਲਦੀਆਂ ਨੇ। ਜਿਵੇਂ ਤੁਸੀਂ ਕਿ ਸਾਰੇ ਮੈਂਬਰ ਹੈਗੇ ਆ, ਕੋਈ ਏਜ ਰਿਕੁਆਇਰਮੈਂਟ ਵੀ ਹੈਗੀ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਕਮਿਊਨਿਟੀ ਦੇ ਨਾਲ ਜੁੜੀਆਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਤੇ ਨਾਲ ਵੱਖ-ਵੱਖ ਬਿਜ਼ਨੈਸਿਸ ਦੇ ਬਾਰੇ, ਸਪੋਰਟਸ ਦੇ ਬਾਰੇ ਤੇ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੇ ਬਾਰੇ। ਤੇ ਅੱਜ ਇਸ ਖਾਸ ਮੁਲਾਕਾਤ ਦੇ ਵਿੱਚ ਗੱਲਬਾਤ ਹੋਵੇਗੀ ਸਪੋਰਟਸ ਦੇ ਰਿਲੇਟਡ। ਨਿਊਟਨ ਟੈਨਿਸ ਕਲੱਬ ਦੇ ਮੈਂਬਰ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ-ਕਿਹੜੇ ਪ੍ਰੋਗਰਾਮ ਇਹਨਾਂ ਦੇ ਦੁਆਰਾ ਚਲਾਏ ਜਾਂਦੇ ਨੇ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਕਮਿਊਨਿਟੀ ਦੇ ਵਿੱਚ ਕੋਈ ਵੀ ਚੀਜ਼ ਹੁੰਦੀ ਹੈ ਤਾਂ ਉਹਦੇ ਨਾਲ ਕਮਿਊਨਿਟੀ ਤੋਂ ਬੈਕ ਟੂ ਕਮਿਊਨਿਟੀ ਦਾ ਲੈਸਨ ਵੀ ਲਿਆ ਜਾਂਦਾ। ਸੋ ਗਿਵਿੰਗ ਬੈਕ ਟੂ ਕਮਿਊਨਿਟੀ ਦਾ ਕਨਸੈਪਟ ਲੈ ਕੇ ਇਹ ਵੀ ਪਿਛਲੇ ਸਾਲ ਚੱਲੇ। ਫੂਡ ਡਰਾਈਵ ਇਹਨਾਂ ਦੇ ਦੁਆਰਾ ਕਰਵਾਈ ਗਈ ਤੇ ਬਹੁਤ ਹੀ ਸਕਸੈਸਫੁਲ ਰਹੀ। ਹੁਣ ਦੁਬਾਰਾ ਫੂਡ ਡਰਾਈਵ ਕਰਵਾਈ ਜਾ ਰਹੀ ਹੈ। ਫੂਡ ਡਰਾਈਵ ਦੇ ਨਾਲ ਕਿਹੜੇ-ਕਿਹੜੇ ਟੂਰਨਾਮੈਂਟ ਕੀਤੇ ਜਾ ਰਹੇ ਨੇ, ਕਿਹੜੇ-ਕਿਹੜੇ ਪ੍ਰੋਗਰਾਮ ਇਹਨਾਂ ਦੇ ਦੁਆਰਾ ਚਲਾਏ ਜਾ ਰਹੇ ਨੇ, ਇਸ ਸਭ ਬਾਰੇ ਅੱਜ ਗੱਲ ਕਰਾਂਗੇ। ਸੋ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਗੁਰਦੇਵ ਬੋਗਨ ਜੀ ਤੇ ਨਾਲ ਗੁਰਮੁਖ ਚੁੱਟੀ ਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਰਸ਼ਦੀਪ ਜੀ। ਕਿਵੇਂ ਪਹਿਲਾਂ ਤਾਂ ਕੀ ਹਾਲ ਚਾਲ? ਬਹੁਤ ਹੀ ਵਧੀਆ। ਸੋ ਜਿਵੇਂ ਮੈਂ ਕਿਹਾ ਕਿ ਨਿਊਟਨ ਟੈਨਿਸ ਕਲੱਬ, ਸੋ ਟੈਨਿਸ ਕਲੱਬ ਦੇ ਬਾਰੇ ਜੇ ਅਸੀਂ ਗੱਲ ਕਰਨੀ ਹੋਵੇ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਟੈਨਿਸ ਦੇ ਵਿੱਚ ਇੰਟਰਸਟਿਡ ਹੁੰਦੇ ਨੇ ਪਰ ਉਹਨਾਂ ਦੇ ਕੋਲ ਕੋਈ ਕਲੱਬ ਜਾਂ ਕੋਈ ਇੱਦਾਂ ਦਾ ਕੋਈ ਅਦਾਰਾ ਨਹੀਂ ਹੁੰਦਾ ਜਿਹਦੇ ਨਾਲ ਉਹ ਜੁੜ ਸਕਣ। ਪਹਿਲਾਂ ਤਾਂ ਟੈਨਿਸ ਕਲੱਬ ਦੇ ਬਾਰੇ ਦੱਸੋ ਕਿ ਸ਼ੁਰੂਆਤ ਕਿਸ ਤਰ੍ਹਾਂ ਹੋਈ, ਤੁਸੀਂ ਦੱਸੋ ਜੀ। ਟੈਨਿਸ ਕਲੱਬ ਜੀ ਸਾਡਾ 2015 ਦੇ ਵਿੱਚ ਸਾਡੇ ਐਗਜ਼ੈਕਟਿਵ ਹੈ, ਸਾਡੇ ਲੀਡਰ ਹੈ, ਨਾਂ ਨਹੀਂ ਲਵਾਂਗਾ ਪਰ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਉਹਨਾਂ ਨੇ ਤੇ ਉਹਨਾਂ ਦੇ ਸਾਡੇ ਫਾਊਂਡਰ ਮੈਂਬਰ ਹੈਗੇ ਆ, ਉਹਨਾਂ ਨੇ ਸ਼ੁਰੂ ਕੀਤਾ ਇਹਨੂੰ 2015 ਦੇ ਵਿੱਚ। ਫਿਰ ਅਸੀਂ ਇਹਨੂੰ ਜਾ ਕੇ 2019 ਦੇ ਵਿੱਚ ਰਜਿਸਟ੍ਰੇਸ਼ਨ ਹੋਈ ਸਾਡੀ ਐਜ਼ ਅ ਸੁਸਾਇਟੀ। ਸੋ ਅਸੀਂ ਇਹਨੂੰ ਇੱਕ ਬਿਜ਼ਨਸ ਦੇ ਤੌਰ ਤੇ ਨਹੀਂ, ਇੱਕ ਸੁਸਾਇਟੀ ਦੇ ਤੌਰ ਤੇ ਰਨ ਕਰਦੇ ਹਾਂ, ਜਿਹੜਾ ਕਿ ਸਾਰਿਆਂ ਦੇ ਲਈ, ਸਭ ਦੇ ਲਈ ਵੈਲਕਮ ਕਰਦਾ ਜੀ। ਗੁਰਦੇਵ ਜੀ, ਜਦੋਂ ਮੈਂ ਗੱਲ ਕਰ ਰਹੇ ਹਾਂ ਆਪਾਂ ਟੈਨਿਸ ਕਲੱਬ ਦੇ ਬਾਰੇ, ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਇਸ ਕਲੱਬ ਦੇ ਨਾਲ ਕਿਸ ਤਰ੍ਹਾਂ ਜੁੜੇ? ਬਹੁਤ ਹੀ ਵਧੀਆ ਸਵਾਲ ਹੈ ਅਰਸ਼ਦੀਪ ਜੀ। ਮੇਰੀ ਬੈਕਗਰਾਊਂਡ ਜਿਹੜੀ ਹੈ ਕਿ ਮੈਂ ਪਿਛਲੇ 25-30 ਸਾਲ ਤਕਰੀਬਨ ਵਾਲੀਬਾਲ ਖੇਡਦਾ ਰਿਹਾ। ਓਹ ਨਾਈਸ। ਔਰ ਉਸ ਤੋਂ ਬਾਅਦ ਜਦੋਂ ਇਸ ਦੇ ਨਾਲ ਜਿੱਦਾਂ ਹੁੰਦਾ ਵੀ ਥੋੜਾ ਬਾਡੀ ਸਲੋ ਡਾਊਨ ਹੋ ਜਾਂਦੀ ਹੈ ਤੇ ਮੈਂ ਦੇਖਿਆ ਵੀ ਇੱਥੇ ਨਿਊਟਨ ਟੈਨਿਸ ਕਲੱਬ ਦੇ ਵਿੱਚ ਇੱਕ ਦਿਨ ਆਇਆ ਘੁੰਮਦਾ ਤੇ ਉੱਥੇ ਦੇਖਿਆ ਆਪਣੇ ਜਿੱਦਾਂ ਐਗਜ਼ੈਕਟਿਵ ਦੇ ਮੈਂਬਰ ਹੈਗੇ ਭਾਜੀ, ਉਹ ਖੇਡਦੇ ਪਏ ਸੀਗੇ ਤੇ ਉਹਨਾਂ ਨਾਲ ਮੈਂ ਗੱਲ ਕੀਤੀ। ਆਪਣੇ ਬੱਚੇ ਵੀ ਮੇਰੇ ਨਾਲ ਸੀਗੇ। ਵੀ ਜਸਟ ਕੇਮ ਟੂ ਹਿੱਟ ਦ ਟੈਨਿਸ ਬਾਲ। ਤਾਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਜੀ ਸਾਡੇ ਕੋਲ ਜਿੱਦਾਂ ਵੀ ਆਪਣੀ ਕਲੱਬ ਹੈਗੀ ਉੱਥੇ ਇੱਕ, ਤੇ ਉਹਦੇ 'ਚ ਤੁਸੀਂ ਰਜਿਸਟਰ ਹੋ ਸਕਦੇ ਆ ਤਾਂ ਆਪਾਂ ਆਰਗੇਨਾਈਜ਼ ਤਰੀਕੇ ਨਾਲ ਇਹ ਖੇਡ ਸਕਦੇ ਹੈਗੇ ਆ। ਤੇ ਉੱਥੋਂ ਫਿਰ ਕਰਦੇ ਖੇਡਦੇ ਤਾਂ ਫਿਰ ਸ਼ੌਂਕ ਪੈ ਗਿਆ ਜਿੱਦਾਂ ਕਾਫੀ। ਮੇਰੇ ਦੋਨੋਂ ਬੱਚੇ ਵੀ ਇੰਟਰਸਟਡ ਸੀਗੇ, ਉਹ ਵੀ ਟੈਨਿਸ ਖੇਡਣ ਲੱਗ ਗਏ ਤੇ ਮੈਂ ਵੀ ਇਸ ਤਰ੍ਹਾਂ ਸ਼ੁਰੂ ਕਰ ਦਿੱਤੀ ਟੈਨਿਸ। ਅੱਛਾ ਗੁਰਮੁਖ ਜੀ, ਮੈਨੂੰ ਤੁਸੀਂ ਦੱਸੋ ਕਿ ਤੁਸੀਂ ਕਿਸ ਤਰ੍ਹਾਂ, ਜਿਵੇਂ ਇਹ ਤਾਂ ਘੁੰਮਦੇ ਉੱਥੇ ਚਲੇ ਗਏ, ਤੁਸੀਂ ਕਿਸ ਤਰ੍ਹਾਂ ਇਹਨਾਂ ਦੇ ਨਾਲ ਜੁੜੇ, ਕਿਸ ਤਰ੍ਹਾਂ ਸ਼ੁਰੂਆਤ ਕੀਤੀ? ਮੈਂ ਵੀ ਜੀ ਸਪੋਰਟਸ ਐਜ਼ ਅ ਸਪੋਰਟਸ ਪਰਸਨ ਮੈਂ ਐਥਲੈਟਿਕ ਕੀਤੀ ਹੈ ਜੀ, ਤੇ ਫਿਰ ਸੌਕਰ ਦੇ ਨਾਲ ਜੁੜੇ ਰਹੇ ਇੰਡੀਆ ਤੋਂ
ਇੱਥੇ ਆ ਕੇ ਫਿਰ ਸੌਕਰ ਦੇ ਵਿੱਚ ਮੇਰਾ ਬੇਟਾ ਵੀ ਸੌਕਰ ਖੇਡਦਾ ਤੇ ਸੌਕਰ ਨਾਲ ਰਿਲੇਟਡ ਮੈਂ ਵੀ ਇੱਦਾਂ ਹੀ ਘੁੰਮਦਾ ਨਿਊਟਨ ਟੈਨਿਸ ਕੋਰਟ ਵਿੱਚ ਗਿਆ। ਮੈਨੂੰ ਲੱਗਦਾ ਟੈਨਿਸ ਦੇ ਨਾਲ ਹਰ ਕਿਸੇ ਦਾ ਪਿਆਰ ਹੈਗਾ ਆ, ਚਾਹੇ ਅਸੀਂ ਛੋਟੇ ਹੁੰਦੇ ਉੱਥੇ ਬੈਡਮਿੰਟਨ ਖੇਡਦੇ ਹੁੰਦੇ ਸੀ, ਚੱਲ ਉਹ ਟੈਨਿਸ ਡਿਫਰੈਂਟ ਗੇਮ ਹੈਗੀ ਹੈ, ਪਰ ਇਹ ਹੈ ਕਿ ਕਿਸੇ ਦਾ ਇੰਟਰਸਟ ਹੁੰਦਾ ਕਿ ਅਸੀਂ ਟੈਨਿਸ ਖੇਡਣੀ ਹੈ ਜਾਂ ਅਸੀਂ ਕੋਈ ਗੇਮ ਖੇਡਣੀ ਹੈ। ਗੇਮ ਦਾ ਹੋਣਾ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ। ਤੁਹਾਨੂੰ ਕੀ ਲੱਗਦਾ ਹੈ ਕਿ ਗੇਮ ਦੇ ਨਾਲ ਜੁੜਨਾ ਕਿੰਨਾ ਕੁ ਜ਼ਰੂਰੀ ਹੈ, ਕਿਉਂਕਿ ਤੁਸੀਂ ਕਿਹਾ ਕਿ ਸ਼ੁਰੂ ਤੋਂ ਖੇਡਦੇ ਆਏ ਹੋ? ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ। ਸਰੀਰ ਸਾਡੀ ਫਿਟਨੈਸ ਦੇ ਨਾਲ ਰਿਲੇਟਡ ਹੈ ਜੀ, ਮੈਂਟਲ ਹੈਲਥ ਇੰਪਰੂਵ ਹੁੰਦੀ ਸਾਡੇ ਨਾਲ, ਤੇ ਬਹੁਤ ਹੀ ਵਧੀਆ ਲੱਗਦਾ ਜੀ। ਜੇ ਹੁਣ ਤਾਂ ਇਦਾਂ ਲੱਗਦਾ ਵੀ ਨਹੀਂ ਗਏ ਤੇ ਕੁਝ ਅੱਜ ਨਹੀਂ ਕੀਤਾ ਮਿਸਿੰਗ ਹੈ। ਜਿਵੇਂ ਤੁਸੀਂ ਕਿਹਾ ਕਿ ਬੱਚੇ ਨਾਲ ਸਾਡੇ ਤੁਹਾਡੇ ਇੰਟਰਸਟਿਡ ਹੈਗੇ ਆ, ਉਹ ਵੀ ਨਾਲ ਜਾਂਦੇ ਹੈਗੇ ਆ। ਹੁਣ ਬੱਚਿਆਂ ਦੇ ਲਈ ਇਹ ਹੈਗਾ ਹੈ ਕਿ ਕਿੰਨੇ ਸਾਲ ਤੋਂ ਕਿੰਨੇ ਸਾਲ ਦੀ ਉਮਰ ਤੱਕ ਦੇ ਬੱਚੇ ਜਿਹੜੇ ਉੱਥੇ ਆਉਂਦੇ ਆ, ਜਾਂ ਕਿਹਦੇ ਲਈ ਹੈਗਾ ਇਹ ਕਲੱਬ ਦੀ ਜੇ ਗੱਲ ਕਰੀਏ? ਬਹੁਤ ਵਧੀਆ ਕੁਐਸਚਨ ਅਰਸ਼ਦੀਪ ਜੀ। ਇਹ ਜਿਹੜਾ ਪ੍ਰੋਗਰਾਮ ਪਹਿਲਾਂ ਤਾਂ ਇਹਦੇ ਵਿੱਚ ਮੋਸਟਲੀ ਐਡਲਟਸ ਹੀ ਖੇਡਦੇ ਸੀਗੇ, ਜਿੱਦਾਂ ਯੂਜੂਅਲੀ ਮੈਨ, ਹਨਾ। ਉਸ ਤੋਂ ਬਾਅਦ ਫਿਰ ਜਿੱਦਾਂ ਵੀ ਕਿਉਂਕਿ ਮੇਰਾ ਆਪਣਾ ਵੀ ਇੰਟਰਸਟ ਸੀਗਾ, ਮੇਰੇ ਬੱਚੇ ਖੇਡਣਾ ਸ਼ੁਰੂ ਕਰਦੇ ਸੀ, ਉਹ ਡਿਫਰੈਂਟ ਮੈਂ ਉਹਨਾਂ ਤੋਂ ਨਾ ਕਿਸੇ ਅਕੈਡਮੀ ਤੋਂ ਲੈਸਨ ਉਹਨਾਂ ਨੂੰ ਦਵਾਏ, ਤਾਂ ਫਿਰ ਮੇਰੀ ਖਾਹਿਸ਼ ਸੀਗਾ ਵੀ ਦੈਟਸ ਵੈਰੀ ਐਕਸਪੈਂਸਿਵ ਸਪੋਰਟ ਟੂ ਬਿਗਿਨ ਵਿਦ, ਰਾਈਟ ਜੀ। ਸੋ ਸਾਡੀ ਜਿਹੜੀ ਮੇਰੀ ਪੁਸ਼ ਸੀਗੀ, ਜਿੰਨੀ ਵੀ ਐਗਜ਼ੈਕਟਿਵ ਕਮੇਟੀ ਸੀਗੀ, ਉਹਨਾਂ ਦੇ ਲਈ ਇਹ ਸੀਗੀ ਵੀ ਜਿਹੜੀ ਟੈਨਿਸ ਆ ਆਪਣੀ ਕਮਿਊਨਿਟੀ ਦੇ ਵਿੱਚ ਅਫੋਰਡੇਬਲ ਕਰਾਈ ਜਾਵੇ, ਹਨਾ। ਤੇ ਉਸ ਵਿਜ਼ਨ ਨੂੰ ਲੈ ਕੇ ਅਸੀਂ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਕੀਤੇ ਸੀਗੇ ਬੱਚਿਆਂ ਵਾਸਤੇ। ਫਿਰ ਜਦੋਂ ਕਲੱਬ ਰਜਿਸਟਰ ਹੋ ਗਈ ਤਾਂ ਫਿਰ ਅਸੀਂ ਆਪਣੇ ਵੀਰ ਜੀ ਹੈਗੇ ਐਗਜ਼ੈਕਟਿਵ ਦੇ ਮੈਂਬਰ ਜਿਹੜੇ ਹੈਗੇ, ਉਹਨਾਂ ਨੂੰ ਮੈਂ ਪੁੱਛ ਕੀਤਾ, ਮੈਂ ਕਿਹਾ ਵੀ ਆਪਾਂ ਬੱਚਿਆਂ ਵਾਸਤੇ 20 ਪ੍ਰੋਗਰਾਮ ਸ਼ੁਰੂ ਕੀਤੇ ਜਾਣ ਨਾ। ਤਾਂ ਉਹ ਫਿਰ ਕਹਿੰਦੇ ਵੀ ਠੀਕ ਹੈ ਜੀ, ਬੱਚਿਆਂ ਦੇ ਪ੍ਰੋਗਰਾਮ ਸ਼ੁਰੂ ਕਰਨੇ, ਵਾਈ ਡੋਂਟ ਯੂ ਟੇਕ ਦੈਟ ਲੀਡ, ਹਨਾ। ਤਾਂ ਉੱਥੋਂ ਫਿਰ ਮੈਨੂੰ ਉਹਨਾਂ ਨੇ ਇਨਕਰੇਜ ਕੀਤਾ ਵੀ ਤੁਸੀਂ ਵੀ ਆ ਕੇ ਜੁਆਇਨ ਕਰੋ। ਹਾਂਜੀ, ਉੱਥੋਂ ਫਿਰ ਇਹ ਵਿਚਾਰ ਪੈਦਾ ਹੋਇਆ ਵੀ ਅਸੀਂ ਬੱਚਿਆਂ ਨੂੰ ਵੀ ਨਾਲ ਲੈ ਕੇ ਚੱਲਿਆ ਜਾਵੇ, ਬੱਚਿਆਂ ਵਾਸਤੇ 20 ਪ੍ਰੋਗਰਾਮ ਲਿਖੇ ਜਾਣ। ਤਾਂ ਫਿਰ ਅਸੀਂ ਆਰਗੇਨਾਈਜ਼ ਤਰੀਕੇ ਨਾਲ ਜਦੋਂ ਕਲੱਬ ਰਜਿਸਟਰ ਹੋ ਗਈ, ਤਾਂ ਫਿਰ ਅਸੀਂ ਦੂਜਾ ਸਟੈਪ ਇਹ ਸੀਗਾ, ਉਹਨਾਂ ਵਾਸਤੇ ਕੋਰਟਾਂ ਦੀ ਅਵੇਲੇਬਿਲਿਟੀ ਦੀ ਇਸ਼ੂ ਆਉਂਦੀ ਸੀਗੀ। ਤਾਂ ਪਿਛਲੇ ਸਾਲ ਫਿਰ ਕਾਫੀ ਬੈਕਗਰਾਊਂਡ ਦੇ ਵਿੱਚ ਵਰਕ ਕੀਤਾ ਸਾਡੀ ਟੀਮ ਨੇ, ਤਾਂ ਸਿਟੀ ਦੇ ਨਾਲ ਮਿਲ ਕੇ ਕੋਰਟਾਂ ਵੀ ਅਵੇਲੇਬਲ ਕਰਵਾਈਆਂ, 4 ਕੋਰਟਾਂ ਜਿਹੜੀਆਂ ਹੈਗੀਆਂ ਨਿਊਟਨ ਟੈਨਿਸ ਕਲੱਬ ਦੇ ਵਿੱਚ, ਨਿਊਟਨ ਐਥਲੈਟਿਕ ਪਾਰਕ ਦੇ ਵਿੱਚ। ਤਾਂ ਉਦੋਂ ਵਿੱਚ ਫਿਰ ਪ੍ਰੋਗਰਾਮ ਬੱਚਿਆਂ ਦੇ ਇਸ ਸਾਲ ਲਿਖੇ ਗਏ। ਪਿਛਲੇ ਸਾਲ ਤਾਂ ਕੋਵਿਡ ਕਰਕੇ ਕੋਈ ਬਹੁਤੇ ਪ੍ਰੋਗਰਾਮ ਨਹੀਂ ਕੀਤੇ ਜਾ ਸਕੇ, ਬਿਲਕੁਲ, ਪਰ ਇਸ ਸਾਲ ਬੜੇ ਆਰਗੇਨਾਈਜ਼ ਤਰੀਕੇ ਦੇ ਨਾਲ ਸਾਡੀ ਡੈਡੀਕੇਟਡ ਟੀਮ ਹੈਗੀ ਆ, ਉਹਦੇ ਵਿੱਚ ਸਾਡੇ ਕੋਲ ਡੈਡੀਕੇਟਡ ਕੋਚਿਸ ਹੈਗੇ ਆ। ਤਾਂ ਬੱਚਿਆਂ ਦੇ ਵਾਸਤੇ ਅਸੀਂ ਰੀਸੈਂਟਲੀ ਇੱਕ 6 ਵੀਕ ਦਾ ਪ੍ਰੋਗਰਾਮ ਰਨ ਕਰਕੇ ਹਟੇ ਆ। ਤਾਂ ਟਵਾਈਸ ਏ ਵੀਕ ਉਹਨਾਂ ਦੀ ਬੱਚਿਆਂ ਦੀ ਪ੍ਰੈਕਟਿਸ ਹੁੰਦੀ ਹੈ। ਉਹ ਜਸਟ ਫਿਨਿਸ਼ ਹੋਇਆ, ਤਾਂ ਉਸ ਤੋਂ ਬਾਅਦ ਅਗਲਾ ਬੈਚ ਜਿਹੜਾ 1 ਅਗਸਤ ਪਿਛਲੇ ਸੰਡੇ ਤੋਂ ਸ਼ੁਰੂ ਹੋਇਆ। ਓਕੇ, ਹੁਣ ਗੱਲ ਇੱਥੇ ਤੱਕ ਪਹੁੰਚ ਗਈ ਹੈ ਅਰਸ਼ਦੀਪ ਜੀ ਵੀ ਸਾਡੇ ਕੋਲ ਇੱਕ ਜਿੱਦਾਂ ਕਹਿੰਦੇ ਵੀ ਸਮੱਸਿਆ, ਪਰ ਗੁੱਡ ਸਮੱਸਿਆ ਹੁਣ ਸਾਡੇ ਕੋਲ। ਅੱਛਾ ਜੀ। ਸਮੱਸਿਆ ਇਹ ਹੈ ਵੀ ਸਾਡੇ ਕੋਲ ਬੱਚੇ ਇੰਨੇ ਆ, ਰਿਕੁਐਸਟ ਇੰਨੀਆਂ ਆ ਰਹੀਆਂ ਵੀ ਸਾਡੇ ਕੋਲ ਉਹਨਾਂ ਨੂੰ ਅਕੋਮੋਡੇਟ ਨਹੀਂ ਕਰ ਸਕਦੇ ਸੀ। ਹਾਂਜੀ, ਸੋ ਇੱਕ ਵਧੀਆ ਸਾਈਨ ਹੈਗਾ ਆ ਕਿ ਬੱਚੇ ਆ ਰਹੇ ਨੇ, ਕਿਉਂਕਿ ਇਹ ਹੈ ਕਿ ਕਈ ਵਾਰ ਹੁੰਦਾ ਕਿ ਗੇਮਸ ਦੇ ਵਿੱਚ ਪੇਰੈਂਟਸ ਨਹੀਂ ਕਈ ਵਾਰ ਬੱਚਿਆਂ ਨੂੰ ਕਹਿੰਦੇ ਕਿ ਸਾਡੇ ਕੋਲ ਟਾਈਮ ਹੈ ਨਹੀਂ, ਕਿਉਂਕਿ ਟਾਈਮ ਦਾ ਬਹੁਤ ਇਸ਼ੂ ਹੁੰਦਾ। ਸਭ ਤੋਂ ਵਧੀਆ ਬਹਾਨਾ ਹੈ ਕਿ ਟਾਈਮ ਹੈ ਨਹੀਂ, ਜਾਂ ਬੱਚਿਆਂ ਦਾ ਇੰਟਰਸਟ ਨਹੀਂ ਹੁੰਦਾ, ਜਾਂ ਕਿਸੇ ਹੋਰ ਗੇਮ ਦੇ ਵਿੱਚ ਹੁੰਦਾ ਹੈ। ਸੋ ਇਹ ਕਹਿ ਸਕਦੇ ਜਿਵੇਂ ਤੁਸੀਂ ਕਿਹਾ ਸਮੱਸਿਆ ਵੀ ਹੈ ਤੇ ਫਿਰ ਸਮੱਸਿਆ ਵੀ ਨਹੀਂ। ਪਰ ਪ੍ਰੋਗਰਾਮ ਤੇ ਅਸੀਂ ਬਾਅਦ ਚ ਆਉਂਦੇ ਹਾਂ, ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਅਸੀਂ ਗੁਰਮੁਖ ਜੀ ਕਿ ਜਿਵੇਂ ਕਿਹਾ ਕਿ ਮੈਂਬਰਸ ਇਕੱਠੇ ਹੋਏ, ਤੁਸੀਂ ਇਕੱਠੇ ਹੋਏ, ਇਹਨਾਂ ਨੇ ਜੁਆਇਨ ਕੀਤਾ ਤੇ ਇਕੱਠੇ ਹੋ ਕੇ ਰਜਿਸਟਰ ਕਰਵਾਇਆ। ਪਹਿਲਾਂ ਕਿੰਨੇ ਕੁ ਮੈਂਬਰਾਂ ਨੇ ਸਟਾਰਟ ਕੀਤਾ ਸੀ ਤੇ ਅੱਜ ਕਿੰਨੇ ਮੈਂਬਰ ਜਿਹੜੇ ਨੇ ਇਸ ਕਲੱਬ ਦੇ ਨਾਲ ਜੁੜੇ ਹੋਏ ਨੇ? ਇਹਨੂੰ ਜੀ 2 ਮੈਂਬਰਾਂ ਨੇ ਸ਼ੁਰੂ ਕੀਤਾ ਜੀ, ਸਾਡੇ ਮੇਨ ਹੈਗੇ 2 ਬੰਦੇ ਜੀ, ਉਹਨਾਂ ਨੇ ਸ਼ੁਰੂ ਕੀਤਾ। ਉਹਨਾਂ ਦਾ ਇੱਕ ਵਿਜ਼ਨ ਸੀਗਾ ਵੀ ਆਪਾਂ ਇਹਨੂੰ ਅੱਗੇ ਲੈ ਕੇ ਜਾਣਾ। ਫਿਰ ਉਹ ਹੌਲੀ ਹੌਲੀ ਉਹ ਸੁਪਨਾ ਪੂਰਾ ਹੁੰਦਾ ਗਿਆ। 2 ਤੋਂ 4 ਹੋਏ, 4 ਤੋਂ 8 ਹੋਏ, 8 ਤੋਂ ਅਸੀਂ 25 ਹੋਏ, 50 ਹੋਏ, ਫਿਰ ਹੁਣ ਅਸੀਂ 75, ਫਿਰ 100, ਹੁਣ ਅਸੀਂ 125 ਮੈਂਬਰ ਇਸ ਵੇਲੇ ਕਲੱਬ ਦੇ ਰਜਿਸਟਰਡ ਹੈਗੇ ਆ, ਜਿਨ੍ਹਾਂ ਦੇ ਵਿੱਚ ਜਿਹੜੇ ਸਾਡੇ ਬੱਚੇ ਵੀ ਇਹ ਵੀ ਮੈਂਬਰ ਨੇ। ਉਹਨਾਂ ਦੇ ਵਿੱਚ ਉਹਨਾਂ ਦੇ 35 ਜਿਹੜੇ ਆ ਬੱਚੇ ਰਜਿਸਟਰਡ ਨੇ, ਮੈਂਬਰ ਜਿਹੜੇ ਨੇ। ਤੇ ਜਿਹੜਾ ਵੀ ਇਸ ਕਲੱਬ 'ਚ ਆ ਜਾਂਦਾ, ਤੇ ਕਿਉਂਕਿ ਸਾਡੀ ਲੀਡਰਸ਼ਿਪ ਜਿਹੜੀ ਹੈਗੀ ਆ, ਅਸੀਂ ਉਹਨਾਂ 'ਤੇ ਪ੍ਰਾਊਡ ਫੀਲ ਕਰਦੇ ਹਾਂ ਜੀ। ਉਹਨਾਂ ਦੀ ਸਮਝ ਤੇ ਉਹਨਾਂ ਦੀ ਦੂਰਅੰਦੇਸ਼ੀ ਜਿਹੜੀ ਆ ਕਮਿਊਨਿਟੀ ਦੇ ਲਈ ਦੇਣ ਬਹੁਤ ਹੀ ਵੱਡੀ। ਤੇ ਉਹਨਾਂ ਸਟ੍ਰਿਕਟਲੀ ਹੈ ਜੀ, ਉਹਨਾਂ ਨਾਂ ਨਹੀਂ ਲਿਆ ਜਾਣਾ ਤੇ ਅਸੀਂ ਕਦੀ ਨਾਮ ਵੀ ਨਹੀਂ ਲੈਣਾ, ਪਰ ਇਹ ਸਾਰੇ ਕਲੱਬ ਵੱਲੋਂ ਆ ਜੀ। ਮੈਨੂੰ ਇਹ ਗੱਲ ਬੜੀ ਚੰਗੀ ਲੱਗੀ ਹੈ ਕਿ ਨਾਮ ਨਹੀਂ ਲੈਣਾ, ਕਿ ਅਸੀਂ ਸਾਰੇ ਇੱਕ ਹੈਗੇ ਆ। ਜੇ ਕੋਈ ਬੁਲਾਰਾ ਆ ਕੇ ਗੱਲ ਕਰ ਰਿਹਾ ਬਿਹਾਫ ਆਫ ਟੀਮ, ਪੂਰੀ ਟੀਮ ਨੂੰ ਨਾਲ ਲੈ ਕੇ ਚੱਲ ਰਿਹਾ। ਇਹ ਨਹੀਂ ਕਿ ਮੈਂ ਅੱਗੇ ਆ ਜਾਂ ਮੈਂ ਅੱਗੇ ਆ। ਸੋ ਪੂਰੀ ਟੀਮ ਹੋਣੀ ਚਾਹੀਦੀ ਹੈ, ਕਿਉਂਕਿ ਟੀਮ ਵਰਕ ਦੇ ਨਾਲ ਹੀ ਜਿਹੜੀਆਂ ਸਪੋਰਟਸ ਹੈਗੀਆਂ ਚੱਲਦੀਆਂ ਨੇ। ਜਿਵੇਂ ਤੁਸੀਂ ਕਿ ਸਾਰੇ ਮੈਂਬਰ ਹੈਗੇ ਆ, ਕੋਈ ਏਜ ਰਿਕੁਆਇਰਮੈਂਟ ਵੀ ਹੈਗੀ? ਬੱਚਿਆਂ ਦੇ ਲਈ 6 ਸਾਲ ਤੋਂ
ਕਿਉਂਕਿ ਉਹ ਤੋਂ ਪਹਿਲਾਂ ਬੱਚਿਆਂ ਨੂੰ ਰੈਕਟ ਹੋਲਡ ਕਰਨੇ ਦੇ ਵਿੱਚ ਜਾਂ ਇਦਾਂ ਦੇ ਇਸ਼ੂ ਹੈਗੇ ਆ ਤੇ ਪਰ ਅਸੀਂ ਦੇਖਦੇ ਹਾਂ ਵੀ ਜੇ ਕੋਈ ਬੱਚਾ 6 ਸਾਲ ਤੋਂ ਵੀ ਛੋਟਾ ਪਰ ਐਕਟਿਵ ਹੈ, ਇਫ ਹੀ ਕੈਨ ਹਿਟ ਦੈਨ ਵੀ ਕੰਸਰਨ ਵੀ ਕੋਈ ਇਦਾਂ ਨਹੀਂ ਹੈ ਨਹੀਂ ਏਜ ਦੀ। 6 ਸਾਲ ਤੋਂ ਅਸੀਂ ਸੋਚਦੇ ਹਾਂ ਵੀ 6 ਸਾਲ ਤੋਂ ਬੱਚਾ ਬੈਸਟ ਹੈ ਟੈਨਿਸ ਦੇ ਲਈ। ਤੇ ਉੱਪਰ ਨੂੰ ਤਾਂ ਜੀ ਜਿਹੜਾ ਬੰਦਾ ਖੇਡ ਸਕਦਾ ਸਾਡੇ ਵੱਲੋਂ ਵੈਲਕਮ ਹੈ ਜੀ, ਬਜ਼ੁਰਗਾਂ ਲਈ ਵੀ ਵੈਲਕਮ ਹੈ, ਆਉਣਾ ਚਾਹੁੰਦੇ ਨੇ ਮੋਸਟ ਵੈਲਕਮ, ਸਿੱਖਣਾ ਚਾਹੁੰਦੇ ਨੇ, ਉਹ ਫਨ ਕਰਨਾ ਚਾਹੁੰਦੇ ਨੇ। ਤੇ ਨਾਲ ਦੀ ਨਾਲ ਭੈਣਾਂ ਬੀਬੀਆਂ ਲਈ ਵੀ ਜੀ ਸਾਡੇ ਵੱਲੋਂ ਪਿਛਲੀ ਵਾਰੀ ਸਾਡੇ ਕੋਲ 3 ਮੈਂਬਰ ਸੀਗੇ ਲੇਡੀਜ਼, ਹੁਣ ਗਰੋ ਹੋ ਕੇ ਸਾਡੇ ਕੋਲ 10 ਤੋਂ 15 ਦੇ ਵਿੱਚ ਮੈਂਬਰਸ ਹੈਗੇ ਆ। ਅੱਛਾ, ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਾਉਣੀ ਹੁੰਦੀ ਹੈ, ਕਲੱਬ ਮੈਂਬਰ ਬਣਨਾ ਹੁੰਦਾ, ਉਹਦੇ ਲਈ ਵੀ ਕੋਈ ਰਿਕੁਆਇਰਮੈਂਟਸ ਹੁੰਦੀਆਂ? ਹਾਂਜੀ, ਮੈਂਬਰਸ਼ਿਪ ਫਾਰਮ ਹੁੰਦਾ ਜੀ, ਤੁਹਾਨੂੰ ਮੈਂਬਰਸ਼ਿਪ ਫਾਰਮ ਭੇਜਣਾ ਪੈਂਦਾ। ਫਿਰ ਉਹਦੇ ਤੇ ਬੈਕ ਟੀਮ ਹੈਗੀ ਆ, ਫਿਰ ਉਹਦੀ ਸਕਰੀਨਿੰਗ ਕਮੇਟੀ ਹੈਗੀ ਆ, ਸਕਰੀਨਿੰਗ ਹੁੰਦੀ ਆ ਵੀ ਤੇ ਫਿਰ ਦੇਖ ਕੇ ਉਹਦੀ ਮੈਂਬਰਸ਼ਿਪ ਅਪਰੂਵ ਹੁੰਦੀ ਆ ਜੀ। ਹਾਂਜੀ, ਵੈਰੀ ਨਾਈਸ। ਸੋ ਜਿੱਦਾਂ ਆਪਾਂ ਪ੍ਰੋਗਰਾਮਸ ਦੀ ਗੱਲ ਕੀਤੀ ਗੁਰਦੇਵ ਜੀ ਕਿ ਤੁਸੀਂ ਪ੍ਰੋਗਰਾਮਸ ਨੂੰ ਹੈਂਡਲ ਕਰਦੇ ਆ, ਕਿਹੜੇ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੈਗੇ ਨੇ ਤੁਹਾਡੇ ਕੋਲ? ਹਾਂਜੀ, ਬਹੁਤ ਵਧੀਆ ਕੁਐਸਚਨ ਅਗੇਨ ਅਰਸ਼ਦੀਪ ਜੀ। ਜਿਹੜੇ ਪ੍ਰੋਗਰਾਮ ਹੈਗੇ ਸਾਡੇ ਕੋਲ ਮਤਲਬ ਸਾਰਾ ਹੀ ਅਸੀਂ ਡਾਇਸਪੋਰਾ ਕਵਰ ਕਰਦੇ ਹਾਂ, ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ। ਜਿਸ ਤਰ੍ਹਾਂ ਗੁਰਮੁਖ ਵੀਰ ਜੀ ਨੇ ਦੱਸਿਆ ਵੀ ਸਾਡੀ ਜਿਹੜੀ ਫੋਕਸ ਹੈਗੀ ਮੇਨ ਹੈਗੀ ਆ ਇਸ ਵੇਲੇ ਬੱਚਿਆਂ ਦੇ ਉੱਪਰ ਹੈਗੀ ਆ। ਅਸੀਂ ਚਾਹੁੰਦੇ ਵੀ ਬੱਚੇ ਜਿਹੜੇ ਕਮਿਊਨਿਟੀ ਦੇ ਵਿੱਚ ਆ, ਕਿਉਂਕਿ ਬਾਕੀ ਸਪੋਰਟਸ ਸੌਕਰ ਹੋ ਗਈ, ਵਾਲੀਬਾਲ ਹੋ ਗਿਆ, ਹਾਕੀ ਹੋ ਗਈ, ਬਹੁਤ ਪਪੂਲਰ ਆ, ਪਰ ਟੈਨਿਸ ਜਿਹੜੀ ਹੈਗੀ ਆ ਇਸ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਸੀਗੀ। ਤਾਂ ਉਹਦੇ 'ਚ ਬੱਚਿਆਂ ਦਾ ਜਿਹੜਾ ਮੇਨ ਪ੍ਰੋਗਰਾਮ ਹੈਗੇ ਆ, ਜਿੱਦਾਂ ਗੁਰਮੁਖ ਜੀ ਨੇ ਦੱਸਿਆ ਵੀ 6 ਸਾਲ ਤੋਂ ਉੱਪਰ ਬੱਚੇ, ਮੈਜੋਰਿਟੀ ਜਿਹੜੇ ਇਸ ਵੇਲੇ ਬੱਚੇ ਸਾਡੇ ਕੋਲ ਹੈਗੇ ਆ ਦੇ ਆਰ ਅਰਾਊਂਡ 9-10 ਈਅਰ ਓਲਡ, ਸੋ ਵਿਚ ਇਜ਼ ਅ ਗੁੱਡ ਏਜ ਟੂ ਸਟਾਰਟ ਟੈਨਿਸ। ਤੇ ਕਿਉਂਕਿ ਉਹਨਾਂ ਦਾ ਹੈਂਡ ਆਈ ਕੋਆਰਡੀਨੇਸ਼ਨ ਵਧੀਆ ਹੋ ਜਾਂਦਾ ਇਸ ਦੇ ਏਜ ਦੇ ਵਿੱਚ ਆ ਕੇ, ਤਾਂ ਉਹਨਾਂ ਵਾਸਤੇ ਜਿੱਦਾਂ ਵੀ ਅੱਗੇ ਵੀ ਅਪਰਚੁਨਿਟੀਜ਼ ਹੋ ਜਾਂਦੀਆਂ। ਸੋ ਮੇਨ ਜਿਹੜਾ ਹੈਗਾ ਸਾਡੇ ਪ੍ਰੋਗਰਾਮ ਇਸ ਵੇਲੇ ਬੱਚਿਆਂ ਦੇ ਚੱਲ ਰਹੇ ਹੈਗੇ ਆ। ਉਸ ਤੋਂ ਬਾਅਦ ਵੈਰੀ ਰੀਸੈਂਟਲੀ ਜਿੱਦਾਂ ਐਡਲਟਸ ਜਿੱਦਾਂ ਹੁਣ ਹੈਗੇ ਆ ਸਾਡੀ ਏਜ ਦੇ ਹੈਗੇ ਆ ਜਾਂ ਬਜ਼ੁਰਗ ਹੈਗੇ ਵਿੱਚ, ਉਹਨਾਂ ਵਾਸਤੇ ਵੀ ਪ੍ਰੋਗਰਾਮ ਜਿਹੜੇ ਹੈਗੇ ਸ਼ੁਰੂ ਕੀਤੇ ਗਏ ਆ। ਐਵਰੀ ਵੀਕ 2 ਕਲਾਸਾਂ ਉਹਨਾਂ ਦੀ ਸ਼ੁਰੂ ਕੀਤੀਆਂ ਗਈਆਂ ਹੈਗੀਆਂ। ਤੇ ਇਸੇ ਤਰ੍ਹਾਂ ਜਿਹੜੀਆਂ ਸਾਡੀ ਭੈਣਾਂ ਹੈਗੀਆਂ, ਲੇਡੀਜ਼ ਹੈਗੀਆਂ, ਉਹਨਾਂ ਵਾਸਤੇ ਵੀ ਕੋਚਿੰਗ ਸੈਸ਼ਨ ਇਸ ਵੇਲੇ ਚੱਲ ਰਿਹਾ ਵੀਕਲੀ ਬੇਸਿਸ ਦੇ ਉੱਪਰ। ਜਿਵੇਂ ਤੁਸੀਂ ਪ੍ਰੋਗਰਾਮਸ ਦੀ ਗੱਲ ਕਰ ਰਹੇ ਹੋ ਕਿ ਸਪੈਸ਼ਲ ਪ੍ਰੋਗਰਾਮਸ ਵੀ ਹੁੰਦੇ ਆ, ਕਿਉਂਕਿ ਕਈ ਵਾਰ ਹੁਣ ਸਮਰ ਵਕੇਸ਼ਨ ਚੱਲ ਰਹੀ ਹੈ, ਸੋ ਕਈ ਬੱਚੇ ਹੁੰਦੇ ਆ ਕਿ ਅਸੀਂ ਸਿਰਫ ਸਮਰ ਦੇ ਵਿੱਚ ਸਿੱਖਣਾ ਹੈ, ਕਿ ਈਅਰ ਲੌਂਗ ਹੀ ਹੁੰਦੇ ਆ ਇਹ ਸਾਰੇ? ਹਾਂਜੀ, ਟੈਨਿਸ ਇਸ ਤਰ੍ਹਾਂ ਦੀ ਗੇਮ ਹੈਗੀ ਅਰਸ਼ਦੀਪ ਜੀ। ਇਹ ਜਿਹੜੀ ਹੈਗੀ ਆ ਜਿਸ ਤਰ੍ਹਾਂ ਸਮਰ ਦੇ ਵਿੱਚ ਤਾਂ ਇਹਨੂੰ ਆਊਟਡੋਰ ਖੇਡਿਆ ਜਾ ਸਕਦਾ ਹੈ, ਵਿੰਟਰ ਦੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਹੈ ਵੈਦਰ ਕਰਕੇ, ਆਪਾਂ ਵੈਸਟ ਕੋਸਟ ਤੇ ਰਹਿੰਦੇ ਇੱਥੇ ਕਰਕੇ, ਤਾਂ ਜਿਹੜਾ ਉਹਦੇ ਵਾਸਤੇ ਸਾਨੂੰ ਇਨਡੋਰ ਕੋਰਟਸ ਚਾਹੀਦੇ ਹੁੰਦੇ, ਰਾਈਟ। ਸੋ ਫਿਲਹਾਲ ਅਸੀਂ ਇਹ ਸਮਰ ਵਾਸਤੇ ਸ਼ੁਰੂ ਕੀਤਾ ਪ੍ਰੋਗਰਾਮ। ਸਾਡੀ ਲੌਂਗ ਟਰਮ ਪਲਾਨ ਇਹ ਹੈਗੀ ਆ, ਅਗੇਨ ਮੈਂ ਉਹਨੂੰ ਪੁਸ਼ ਕਰ ਰਿਹਾ ਐਗਜ਼ੈਕਟਿਵ ਨੂੰ ਵੀ ਆਪਾਂ ਵਿੰਟਰ ਦੇ ਵਿੱਚ ਵੀ ਕੋਰਟਸ ਜਿਹੜੇ ਹੈਗੇ ਇਨਡੋਰ ਰਿਜ਼ਰਵ ਕਰਕੇ, ਤਾਂ ਔਨ ਦਾ ਕਾਸਟ ਬੇਸਿਸ ਵੀ ਜਿੰਨੀ ਕਾਸਟ ਆਉਂਦੀ ਆ ਉਨੀ ਜਿਹੜੀ ਪੇਰੈਂਟਸ ਨੂੰ ਉਹ ਪਾਸ ਆਨ ਕਰ ਦਿੱਤੀ ਜਾਵੇ, ਤਾਂ ਨੋ ਪ੍ਰੋਫਿਟ ਨੋ ਲਾਸ ਤੇ ਜਿਹੜੇ ਵਿੰਟਰ ਦੇ ਵਿੱਚ ਵੀ ਇਹ ਪ੍ਰੋਗਰਾਮ ਕੰਟੀਨਿਊ ਕੀਤੇ ਜਾਣ, ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ ਇਸ ਵੇਲੇ। ਪੇਰੈਂਟਸ ਜਿੰਨੇ ਵੀ ਹੈਗੇ ਆ, ਮੈਂ ਕਈ ਪੇਰੈਂਟਸ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਵੀ ਹਾਂ ਪਲੀਜ਼ ਕੰਟੀਨਿਊ ਇਨ ਦ ਵਿੰਟਰ ਟਾਈਮ ਟੂ। ਸੋ ਇਹਦੇ ਲਈ ਜਿਹੜੀ ਹੈਗੀ ਹੈ ਕੋਈ ਫੀਸ ਰਿਕੁਆਇਰਮੈਂਟਸ ਵੀ ਹੁੰਦੀਆਂ ਨੇ, ਸੋ ਉਹ ਤੁਹਾਡੇ ਫਾਰਮ ਤੇ ਜਿਹੜਾ ਵੀ ਫਾਰਮ ਹੋਊਗਾ ਉਹਦੇ ਤੇ ਮੈਂਸ਼ਨ ਹੋਊਗਾ ਸਾਰਾ ਕੁਝ। ਸੋ ਇਹ ਜੇ ਤੁਹਾਡੀ ਇਨਫੋਰਮੇਸ਼ਨ ਲੈਣੀ ਹੋਵੇ ਵੈਬਸਾਈਟ ਤੇ ਜਾਇਆ ਜਾ ਸਕਦਾ? ਬਿਲਕੁਲ ਜੀ, ਸਾਡੀ ਵੈਬਸਾਈਟ ਹੈਗੀ ਹੈ ਜੀ newtontennisclub.ca ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਆ newtontennisclub@gmail.com। ਸਾਰੀ ਇਨਫੋਰਮੇਸ਼ਨ ਸਾਡੀ ਵੈਬਸਾਈਟ ਤੇ ਹੈਗੀ ਹੈ ਜੀ। ਤੇ ਬੱਚਿਆਂ ਦੀਆਂ ਕਲਾਸਿਸ ਬਹੁਤ ਹੀ ਵਧੀਆ ਚੱਲ ਰਿਹਾ ਜੀ। ਥੈਂਕ ਯੂ ਗੁਰਦੇਵ ਜੀ। ਯੂ ਵੈਲਕਮ। ਬਿਲਕੁਲ, ਇਹ ਵੀ ਟੀਮ ਵਰਕ ਹੈ, ਦੇਖੋ ਇੱਕ ਦੂਜੇ ਨੂੰ ਥੈਂਕ ਯੂ ਕਰਨਾ। ਸੋ ਜਿਸ ਦਾ ਰੋਲ ਹੈਗਾ ਆ ਉਹ ਉਸ ਹਿਸਾਬ ਦੇ ਨਾਲ ਤੁਸੀਂ ਆਪਣਾ ਰੋਲ ਜਿਹੜਾ ਨਿਭਾ ਰਹੇ ਹੋ। ਸੋ 2015 ਦੇ ਵਿੱਚ ਤੁਸੀਂ ਇਹ ਸੋਚਿਆ ਟੀਮ ਦਾ ਸ਼ੁਰੂ ਕਰਨ ਦਾ, ਇਸ ਕਲੱਬ ਨੂੰ ਸ਼ੁਰੂ ਕਰਨ ਦਾ, ਤੇ ਅੱਜ ਅਸੀਂ 2021 ਦੇ ਵਿੱਚ ਆ, ਲਗਭਗ 6 ਸਾਲ ਬਾਅਦ ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ? ਤੁਸੀਂ ਸੈਟਿਸਫਾਈਡ ਹੈਗੇ ਹੋ? ਕੀ ਅੱਗੇ ਗੋਲ ਕਰਨਾ ਚਾਹੁੰਦੇ ਹੋ? ਕੀ ਅੱਗੇ ਦੇ ਗੋਲ? ਬਹੁਤ ਹੀ ਜ਼ਿਆਦਾ ਸੈਟਿਸਫਾਈ ਜੀ। ਜੋ ਮੈਂ ਦੇਖਿਆ 2015 ਤੋਂ ਮੈਂ ਕਲੱਬ ਦੇ ਨਾਲ ਜੁੜਿਆ ਹਾਂ, ਤੇ ਮੈਂ ਸਾਡਾ ਖੇਡਣ ਦਾ ਤਰੀਕਾ ਤੇ ਸਾਡੀ ਪ੍ਰੋਗਰੈਸ ਗੇਮ ਦੇ ਵਿੱਚ ਸਾਰਿਆਂ ਨੇ ਇੰਪਰੂਵ ਕੀਤਾ ਜੀ। ਬਹੁਤ ਹੀ ਵਧੀਆ ਲੱਗ ਰਿਹਾ। ਤੇ ਨਾਲ ਦੀ ਨਾਲ ਅਸੀਂ ਕਮਿਊਨਿਟੀ ਵਰਕ ਵੀ ਨਾਲ ਚੱਲਦੇ ਆ, ਸਾਡੇ ਫੂਡ ਡਰਾਈਵ ਹੋ ਗਈ, ਹੋਰ ਕੰਮ ਵੀ ਆ ਕੁਛ। ਸਾਡੀ ਐਗਜ਼ੈਕਟਿਵ ਕਮੇਟੀ ਆ, ਸੋਸ਼ਲ ਕੰਮ ਇੰਨੇ ਕਰਦੀ ਆ, ਮਦਦ ਕਰਦੀ ਆ, ਜਿਹੜੇ ਕਿ ਅਸੀਂ ਨਹੀਂ ਦੱਸਦੇ, ਬਟ ਨਾਲ ਦੀ ਨਾਲ ਚੱਲਦੇ ਰਹਿੰਦੇ। ਇਹ ਇੱਕ ਸੁਸਾਇਟੀ ਹੈ ਜੀ, ਇਹ ਲੋਕਾਂ ਦੇ ਲਈ ਆ ਤੇ ਲੋਕਾਂ ਦੀ ਹੈਲਪ ਦੇ ਨਾਲ ਹੀ ਚੱਲਦੀ ਆ, ਤੇ ਇੱਦਾਂ ਹੀ ਚੱਲਦੀ ਰਹੂਗੀ। ਸਾਡਾ ਵਿਜ਼ਨ ਹੈ ਜਿਹੜਾ ਅਸੀਂ ਚਾਹੁੰਦੇ ਹਾਂ ਵੀ ਸਾਡੇ ਕੋਲ ਇੱਕ ਦਿਨ ਇਨਡੋਰ ਫੈਸਿਲਿਟੀ ਹੋਵੇ, ਤੇ ਅਸੀਂ ਬੱਚਿਆਂ ਲਈ ਤੇ ਸਾਰਿਆਂ ਦੇ ਲਈ, ਅਡਲਟਸ ਲਈ ਤੇ ਲੇਡੀਜ਼ ਲਈ, ਹਰੇਕ ਲਈ ਓਪਰਚੁਨਿਟੀ ਹੋਵੇ।
ਵੀ ਉਹ ਆਪਣੇ ਵਿੰਟਰ ਦੇ ਟਾਈਮ ਵਿੱਚ ਵੀ ਖੇਡ ਸਕੇ। ਜੀ ਬਿਲਕੁਲ। ਤੇ ਜਿਵੇਂ ਤੁਸੀਂ ਕਿਹਾ ਕਿ ਕਮਿਊਨਿਟੀ ਸਰਵਿਸਿਜ਼ ਵੀ ਦਿੰਦੇ ਰਹਿੰਦੇ ਆ, ਕਿਉਂਕਿ ਕਲੱਬ ਜਿੱਦਾਂ ਬਣਦੇ ਆ ਜਾਂ ਸਪੋਰਟਸ ਕਲੱਬ ਹੁੰਦੇ ਆ, ਸੋ ਉਹਨਾਂ ਦੇ ਲਈ ਕੋਲ ਆਪਣਾ ਹੀ ਬਹੁਤ ਕੰਮ ਹੁੰਦਾ ਕਰਨ ਨੂੰ, ਕਿ ਕਮਿਊਨਿਟੀ ਦੇ ਲਈ ਕਰਨਾ ਵੀ ਚਾਹੁਣ ਤਾਂ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਕਰਦੇ ਨੇ। ਪਰ ਕਹਿੰਦੇ ਹੁੰਦੇ ਨਾ ਕਿ ਜੇ ਕਮਿਊਨਿਟੀ ਦੇ ਲਈ ਕੁਝ ਕਰਨਾ ਹੈ ਤਾਂ, ਜਾਂ ਕਿਸੇ ਨੂੰ ਦਾਨ ਦਾ ਕੰਮ ਕਰਨਾ ਹੈ ਤਾਂ ਇੱਕ ਹੱਥ ਤੋਂ ਕਰੋ ਤੇ ਦੂਜੇ ਹੱਥ ਨੂੰ ਪਤਾ ਵੀ ਨਾ ਲੱਗੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਕਈ ਚੀਜ਼ਾਂ ਦੱਸਦੇ ਵੀ ਨਹੀਂ, ਪਰ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਕਿ ਤੁਹਾਨੂੰ ਕਮਿਊਨਿਟੀ ਦੀ ਇਨਵੋਲਵਮੈਂਟ ਚਾਹੀਦੀ ਹੁੰਦੀ ਹੈ। ਸੋ ਗਿਵਿੰਗ ਬੈਕ ਟੂ ਕਮਿਊਨਿਟੀ ਦਾ ਕਨਸੈਪਟ ਪਹਿਲਾਂ ਤਾਂ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ, ਕਿਸ ਤਰ੍ਹਾਂ ਸੋਚਿਆ ਕਿ ਕਮਿਊਨਿਟੀ ਦੇ ਲਈ ਵੀ ਕੁਝ ਕਰਨਾ ਚਾਹੀਦਾ? ਅੱਛਾ ਜੀ, ਹਰਸ਼ਦੀਪ ਜੀ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਪਿਛੋਕੜ ਰਿਹਾ ਜੀ, ਜੁੜੇ ਰਹੇ ਇਹਦੇ ਨਾਲ ਹੁਣ ਮੈਂ 1 ਮਿੰਟ ਲਵਾਂਗਾ ਜੀ। ਅਸੀਂ ਗਰੁੱਪ ਵੀ ਚਲਾ ਰਹੇ ਹਾਂ, ਇਨਸਾਨੀਅਤ ਗਰੁੱਪ ਚਲਾ ਰਹੇ ਕਾਫੀ ਦੇਰ ਤੋਂ, 2011 ਚੋਂ, ਜਿਹਦੇ ਕਿ ਮੈਂਬਰ ਸਾਰੇ ਅਸੀਂ ਇੱਕ ਦੂਜੇ ਨੂੰ ਅੱਜ ਤੱਕ ਮਿਲੇ ਨਹੀਂ। ਓਕੇ। ਤੇ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਸਿਰਫ ਫੇਸਬੁੱਕ ਤੇ ਜਾਂ ਫੋਨ ਤੇ, ਪਰ ਕੰਮ ਚੱਲ ਰਹੇ ਨੇ। ਹਾਂ, ਹੋ ਸਕਦਾ ਉਹ ਸੋਸ਼ਲ ਮੀਡੀਆ ਤੇ ਅਸੀਂ ਨਹੀਂ ਹਾਂ, ਪਰ ਉਹ ਕੰਮ ਲਗਾਤਾਰ ਚੱਲ ਰਹੇ ਨੇ। ਇੱਦਾਂ ਹੀ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੀ ਸੋਚ ਮਿਲਦੀ ਸੀਗੀ, ਫਿਰ ਉਹਨਾਂ ਨੇ ਸ਼ੁਰੂ ਕੀਤਾ ਤੇ ਉਹਨਾਂ ਨੇ ਸਾਰਿਆਂ ਦੀ ਮਦਦ ਕਰਨੀ ਸ਼ੁਰੂ ਕੀਤੀ। ਉਹਨਾਂ ਦੇ ਸਿੱਖਦੇ ਜੀ ਅਸੀਂ ਵੀ ਇੱਦਾਂ ਹੀ ਕਮਿਊਨਿਟੀ ਦੇ ਵਾਸਤੇ ਫਿਰ ਅਸੀਂ ਫੂਡ ਡਰਾਈਵ ਦਾ ਉਪਰਾਲਾ ਕੀਤਾ ਪਿਛਲੀ ਵਾਰ। ਤੁਹਾਡੇ ਪਲੇਟਫਾਰਮ ਦੇ ਥੈਂਕ ਯੂ ਜੀ, ਸਾਂਝਾ ਟੀਵੀ ਦਾ, ਤੇ ਤੁਸੀਂ ਸਾਨੂੰ ਮੌਕਾ ਦਿੱਤਾ ਤੇ ਸਾਡੀ ਫੂਡ ਡਰਾਈਵ ਬਹੁਤ ਹੀ ਸਕਸੈਸ ਰਹੀ। ਅਸੀਂ ਸਰੀ ਫੂਡ ਬੈਂਕ ਲਈ ਕੋਵਿਡ ਦੇ ਵਿੱਚ ਵੀ, ਜਦ ਕਿ ਸਾਰੀਆਂ ਬੰਦਿਸ਼ਾਂ ਲੱਗੀਆਂ ਹੋਈਆਂ ਸੀ, ਤੇ ਅਸੀਂ ਸਟ੍ਰਿਕਟਲੀ ਡਰਾਈਵ ਥਰੂ ਫੂਡ ਬੈਂਕ ਦੇ ਲਈ ਅਸੀਂ ਸਾਡੀ ਉਮੀਦ ਤੋਂ ਵੱਧ ਵੀ ਕੀਤਾ। ਬਿਲਕੁਲ, ਆ ਬਹੁਤ ਵਧੀਆ ਗੱਲ ਲੱਗੀ ਮੈਨੂੰ ਕਿ ਅਸੀਂ ਜਾਣਦੇ ਵੀ ਨਹੀਂ ਤਾਂ ਫਿਰ ਵੀ ਅਸੀਂ ਇਕੱਠੇ ਹੋ ਕੇ ਕੰਮ ਕਰ ਰਹੇ ਹੈਗੇ, ਕਮਿਊਨਿਟੀ ਦੇ ਲਈ ਕੰਮ ਕਰ ਰਹੇ ਹੈਗੇ। ਫੂਡ ਡਰਾਈਵ ਦਾ ਜਿਵੇਂ ਤੁਸੀਂ ਕਿਹਾ ਕਿ ਪਿਛਲੇ ਸਾਲ ਬਹੁਤ ਹੀ ਸਕਸੈਸਫੁਲ ਰਹੀ, ਇਸ ਵਾਰ ਵੀ ਫੂਡ ਡਰਾਈਵ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ। ਸੋ ਫੂਡ ਡਰਾਈਵ ਜਿਹੜੀ ਆ ਕਦੋਂ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਆਈਟਮਸ ਡੋਨੇਟ ਕੀਤੀਆਂ ਜਾ ਸਕਦੀਆਂ? ਹਾਂਜੀ ਅਰਸ਼ਦੀਪ ਜੀ, ਇਹਦੇ ਵਿੱਚ ਜਿਹੜੀ ਇਸ ਸਾਲ ਦੀ ਫੂਡ ਡਰਾਈਵ ਹੈ, ਕਿਉਂਕਿ ਤੁਸੀਂ ਬਹੁਤ ਉਤਸ਼ਾਹਿਤ ਹੋਏ ਪਿਛਲੇ ਸਾਲ ਦੀ ਫੂਡ ਡਰਾਈਵ ਤੋਂ, ਕਿਉਂਕਿ ਤੁਹਾਨੂੰ ਪਤਾ ਵੀ ਸਮਾਂ ਔਖਾ ਚੱਲ ਰਿਹਾ ਸੀਗਾ। ਅਜੇ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਕੋਲ ਡੇਲੀ ਅਮੈਨਿਟੀਜ਼ ਜਿਹੜੀਆਂ ਤੁਹਾਨੂੰ ਚਾਹੀਦੀਆਂ ਉਹ ਵੀ ਪੂਰੀਆਂ ਨਹੀਂ ਹੁੰਦੀਆਂ ਨਾ। ਜੀ ਬਿਲਕੁਲ। ਤੇ ਉਸ ਕਰਕੇ ਫਿਰ ਜਿਹੜੀ ਸਾਡੀ ਐਗਜ਼ੈਕਟਿਵ ਸੀਗੀ, ਉਹਨਾਂ ਨੇ ਫੈਸਲਾ ਕੀਤਾ ਵੀ ਹਰੇਕ ਸਾਲ ਇਹਨੂੰ ਕੰਟੀਨਿਊ ਕੀਤਾ ਜਾਵੇ, ਜਿਹੜੀ ਫੂਡ ਡਰਾਈਵ ਹੈ ਸਰੀ ਫੂਡ ਬੈਂਕ ਦੇ ਨਾਲ ਕਰਕੇ। ਤਾਂ ਇਸ ਸਾਲ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਹੈ 15 ਅਗਸਤ ਐਤਵਾਰ ਦਾ ਦਿਨ ਹੋਊਗਾ। ਜੀ ਜੀ। ਤੇ ਉਹਦੇ ਵਿੱਚ ਕਿਹੜੀਆਂ ਆਈਟਮਾਂ ਲਿਆਉਣੀ ਜਾ ਸਕਦੀਆਂ ਹੈਗੀਆਂ, ਉਹ ਯੂਜੂਅਲੀ ਜਿਹੜੀਆਂ ਨਾਨ ਪੈਰਿਸ਼ੇਬਲ ਆਈਟਮਸ ਹੁੰਦੀਆਂ ਉਹੀ ਅਸੀਂ ਰਿਕਮੈਂਡ ਕਰਾਂਗੇ ਵੀ ਸਾਰਿਆਂ ਨੂੰ ਬੇਨਤੀ ਕਰਾਂਗੇ, ਜਿੰਨੇ ਵੀ ਆਪਣੇ ਦਰਸ਼ਕ ਹੈਗੇ ਆ ਸਾਂਝਾ ਟੀਵੀ ਦੇ, ਵੀ ਪਲੀਜ਼ ਆਓ ਉਸ ਦਿਨ ਵੱਧ ਚੜ ਕੇ ਸਾਡਾ ਹੌਸਲਾ ਅਫਜ਼ਾਈ ਕਰੋ। ਜਿੰਨਾ ਵੱਧ ਤੋਂ ਵੱਧ ਅਸੀਂ ਫੂਡ ਕਲੈਕਟ ਕਰ ਸਕਾਂਗੇ ਉਨਾ ਅਸੀਂ ਇਹ ਵਧੀਆ ਹੋਊਗਾ। ਗੁਰਦੇਵ ਜੀ, ਕਿੱਥੇ ਹੋ ਰਹੀ ਹੈ ਇਹ ਫੂਡ ਡਰਾਈਵ ਤਾਂ ਕਿ ਸਾਡੇ ਜਿਹੜੇ ਵਿਊਅਰਸ ਹੈਗੇ ਉੱਥੇ ਪਹੁੰਚ ਸਕਣ? ਹਾਂਜੀ ਅਰਸ਼ਦੀਪ ਜੀ, ਇਹ ਜਿਹੜੀ ਫੂਡ ਡਰਾਈਵ ਹੈਗੀ ਆ ਇਹ ਨਿਊਟਨ ਐਥਲੈਟਿਕ ਪਾਰਕ, ਜਿਹੜਾ ਕਿ 77 ਐਵਨਿਊ 74 ਐਵਨਿਊ ਤਾਂ 128 ਸਟਰੀਟ ਦੇ ਉਸ ਕਾਰਨਰ ਦੇ ਉੱਪਰ ਹੈਗਾ। ਤੇ ਇਹਦੇ ਵਿੱਚ ਅਸੀਂ ਰਿਕੁਐਸਟ ਕਰਾਂਗੇ ਸਾਰੇ ਦਰਸ਼ਕਾਂ ਨੂੰ ਵੀ ਜਿਸ ਤਰ੍ਹਾਂ ਹੁਣ ਆਪਣਾ ਹੈਲਥ ਅਥਾਰਟੀਜ਼ ਵੱਲੋਂ ਹਜੇ ਵੀ ਕਿਹਾ ਜਾ ਰਿਹਾ ਵੀ ਰਿਕਮੈਂਡ ਕੀਤੀਆਂ ਜਾ ਰਹੀਆਂ ਹਦਾਇਤਾਂ ਵੀ ਸੋਸ਼ਲ ਡਿਸਟੈਂਸ ਰੱਖੀ ਜਾਵੇ, ਉਹਨਾਂ ਨੂੰ ਫੋਲੋ ਕਰਦੇ ਹੋਏ ਅਸੀਂ ਕਹਾਂਗੇ ਵੀ ਤੁਸੀਂ ਆਓ, ਆਪਣਾ ਫੂਡ ਲੈ ਕੇ ਆਓ, ਡ੍ਰੌਪ ਅਪ ਕਰਕੇ ਤੁਸੀਂ ਜਾ ਸਕਦੇ ਹੋ। ਬਾਕੀ ਉੱਥੇ ਚਾਹ ਪਾਣੀ ਜਿਸ ਤਰ੍ਹਾਂ ਆਪਣੇ ਹੁੰਦਾ ਹੀ ਆ ਕਮਿਊਨਿਟੀ ਦੇ ਵਿੱਚ, ਹਾਂਜੀ ਉਹ ਲੰਗਰ ਚੱਲਦੇ ਹੋਣਗੇ। ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਡਰਾਈਵ ਹੋਣ ਵਾਲੀ ਹੈ? ਇਹ ਨਾ ਹੋਵੇ ਕਿ ਅਸੀਂ ਆਫਟਰ ਆਵਰਸ ਚੱਲ ਜਾਈਏ ਤੇ ਉੱਥੇ ਕੋਈ ਹੋਵੇ ਨਾ। ਸੋ ਕਿੰਨੇ ਤੋਂ ਕਿੰਨੇ ਟਾਈਮ ਤੱਕ ਜਿਹੜਾ ਤੁਸੀਂ ਫੂਡ ਡਰਾਈਵ ਕਰ ਰਹੇ ਹੋ? ਫੂਡ ਡਰਾਈਵ ਦਾ ਟਾਈਮ ਹੈਗਾ ਜੀ 10 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਚੱਲੂਗੀ ਫੂਡ ਡਰਾਈਵ ਜੀ, ਪਰ ਅਸੀਂ 1 ਘੰਟਾ ਪਹਿਲਾਂ ਵੀ ਰਵਾਂਗੇ ਤੇ ਅਸੀਂ 2 ਘੰਟੇ ਬਾਅਦ ਚ ਵੀ ਰਵਾਂਗੇ। ਬਿਲਕੁਲ। ਸੋ ਸਰੀ ਫੂਡ ਬੈਂਕ ਦੇ ਲਈ ਕੀਤੀ ਜਾ ਰਹੀ ਹੈ ਸਿਰਫ ਤੇ ਸਿਰਫ? ਹਾਂਜੀ, ਸਿਰਫ ਤੇ ਸਿਰਫ ਸਰੀ ਫੂਡ ਬੈਂਕ ਲਈ। ਸੋ ਇੱਕ ਕੁਐਸਚਨ ਹਮੇਸ਼ਾ ਆਮ ਦੀ ਤਰ੍ਹਾਂ ਆ ਜਾਂਦਾ ਹੈ ਕਿ ਕੈਸ਼ ਤੁਸੀਂ ਲੈ ਰਹੇ ਹੋ ਜਾਂ ਕੋਈ ਹੋਰ ਆਈਟਮਸ ਵੀ ਲੈ ਰਹੇ ਹੋ, ਸੋ ਇਹ ਸਟ੍ਰਿਕਟਲੀ ਜਿਹੜਾ ਹੈ ਨਾਨ ਪੈਰਿਸ਼ੇਬਲ ਆਈਟਮਸ ਹੀ ਲਈਆਂ ਜਾ ਰਹੀਆਂ ਤੁਹਾਡੇ ਵੱਲੋਂ? ਹਾਂਜੀ, ਅਸੀਂ ਰਿਕਮੈਂਡ ਕਰਦੇ ਹਾਂ ਸਾਰਿਆਂ ਨੂੰ, ਪਲੀਜ਼ ਡੂ ਨਾਟ ਬ੍ਰਿੰਗ ਅ ਕੈਸ਼। ਤੁਸੀਂ ਫੂਡ ਲੈ ਕੇ ਆਓ ਤੇ ਸਾਡੇ ਲਈ ਵੀ ਸੌਖਾ। ਤੇ ਜੇ ਕੋਈ ਬੰਦਾ ਉਸ ਵੇਲੇ ਸਾਨੂੰ ਕੈਸ਼ ਦੇਵੇਗਾ ਵੀ, ਅਸੀਂ ਉਸੇ ਵੇਲੇ ਵਲੰਟੀਅਰ ਸਾਡੇ ਕੋਲ ਹੋਣਗੇ, ਉਹਨਾਂ ਨੂੰ ਭੇਜ ਕੇ ਅਸੀਂ ਉਹਦਾ ਫੂਡ ਬਾਏ ਕਰਕੇ ਤੇ ਉਹ ਹੀ ਡੋਨੇਟ ਹੋਵੇਗਾ। ਅਸੀਂ ਚਾਹੁੰਦੇ ਹਾਂ ਵੀ ਇਕੱਲਾ ਫੂਡ ਹੀ ਲਿਆਂਦਾ ਜਾਵੇ। ਬਿਲਕੁਲ। ਤੇ ਜਿਵੇਂ ਤੁਸੀਂ ਕਿਹਾ ਕਿ ਇਹ ਪਿਛਲੇ ਸਾਲ ਹੀ ਸ਼ੁਰੂ ਕੀਤੀ ਹੈਗੀ ਹੈ, ਸੋ ਇਹ ਨੋ ਡਾਊਟ ਕਿ ਅਗਲੇ ਸਾਲਾਂ ਤੱਕ ਵੀ ਜਿਹੜਾ ਜਾਰੀ ਰਹੂਗਾ। ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਰਿਸਪੌਂਸ ਪਿਛਲੀ ਵਾਰ ਵਧੀਆ ਆਇਆ, ਇਸ ਸਾਲ ਕਿਉਂਕਿ ਪਿਛਲੀ ਸਾਲ ਤਾਂ ਸੀ ਵੀ ਕੋਵਿਡ, ਹੁਣ ਕੋਵਿਡ ਤੋਂ ਅਸੀਂ ਬਾਹਰ ਵੀ ਨਿਕਲ ਰਹੇ ਹੈਗੇ ਹਾਂ, ਸੋ ਇੱਦਾਂ ਦੀਆਂ ਚੀਜ਼ਾਂ ਕਿੰਨੀਆਂ ਕੁ ਇੰਪੋਰਟੈਂਟ ਹੈਗੀਆਂ ਨੇ ਕਮਿਊਨਿਟੀ ਦੇ ਲਈ? ਆਈ ਥਿੰਕ ਇਹ ਬਹੁਤ ਜ਼ਰੂਰੀ ਹੈ ਅਰਸ਼ਦੀਪ ਜੀ, ਜਿਹੜਾ ਕਮਿਊਨਿਟੀ ਦੇ ਵਿੱਚ ਜਿਹੜੀਆਂ ਹੈਗੀਆਂ ਆਪਣੀ ਨੀਡਸ ਹੈਗੀਆਂ ਉਹਨਾਂ ਨੂੰ
ਐਜ਼ ਅ ਹਿਊਮਨ ਬੀਇੰਗ ਸਾਡਾ ਇਹ ਫਰਜ਼ ਬਣਦਾ ਵੀ ਅਸੀਂ ਜਿਹੜੇ ਜਿੱਦਾਂ ਵੀ ਲੈਸ ਫੋਰਚੂਨੇਟ ਪੀਪਲ ਹੈਗੇ ਉਹਨਾਂ ਵਾਸਤੇ ਕੁਛ ਨਾ ਕੁਛ ਕਰੀਏ। ਜਿੱਦਾਂ ਸਾਡੇ ਤਾਂ ਗੁਰੂ ਸਾਹਿਬ ਨੇ ਵੀ ਪ੍ਰਿੰਸੀਪਲ ਦਿੱਤਾ ਸੀਗਾ, ਘਾਲ ਖਾਏ ਕਿ ਛੱਤੋਂ ਦੇ ਨਾਨਕ ਰੱਬ ਪਛਾਣੇ ਸੀ, ਰਾਈਟ। ਵੀ ਅਸੀਂ ਆਪਣਾ ਕੰਮ ਕਰਦੇ ਹਾਂ, ਸਾਰੇ ਬੱਚੇ ਪਾਲਦੇ ਹਾਂ, ਪਰ ਕੁਛ ਲੋਕ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਦੇ ਕੋਲ ਬੇਸਿਕ ਅਮੈਨਿਟੀਜ਼ ਵੀ ਨਹੀਂ ਹੁੰਦੀਆਂ, ਰਾਈਟ। ਸੋ ਅਸੀਂ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਹੀ ਇਹ ਕੰਟੀਨਿਊ ਕੀਤਾ ਜਾਵੇ। ਜਿਹੜੀ ਨਿਊਟਨ ਟੈਨਿਸ ਕਲੱਬ ਹੈਗੀ ਹੈ, ਇਟਸ ਲਾਈਕ ਅ ਫੈਮਿਲੀ ਨਾਓ, ਹੈ ਨਾ। ਸਾਰੇ ਜਿੱਦਾਂ ਬੱਚੇ, ਪੇਰੈਂਟਸ, ਮਮ ਡੈਡ, ਸਾਰੇ ਅਸੀਂ ਜਿੱਦਾਂ ਇੱਕ ਦੂਜੇ ਨੂੰ ਜਾਣਦੇ ਹਾਂ ਨਾ, ਤੇ ਉਹਦੇ ਕਰਕੇ ਸਾਨੂੰ ਇਹਦੇ 'ਚ ਕਦੀ ਕੋਈ ਸਮੱਸਿਆ ਨਹੀਂ ਆਈ। ਔਰ ਜਿੱਦਾਂ ਵੀ ਕੋਈ ਪ੍ਰੋਗਰਾਮ ਸਾਂਝਾ ਕਰਨਾ ਹੁੰਦਾ ਜਿੱਦਾਂ ਹੁਣ ਕਮਿਊਨਿਟੀ ਵਾਸਤੇ, ਤੇ ਇੱਕ ਮਾੜੀ ਜਿਹੀ ਆਵਾਜ਼ ਦੇਣ ਦੀ ਲੋੜ ਹੁੰਦੀ ਹੈ ਤਾਂ ਸਾਰੇ ਬੰਦੇ ਕਹਿੰਦੇ ਵੀ ਦੱਸੋ ਕਿਹੜੀ ਡੇਟ ਤੇ ਕਰਨਾ। ਬਿਲਕੁਲ, ਸਾਡੀ ਕਮਿਊਨਿਟੀ ਦੇ ਵਿੱਚ ਇਹੀ ਇੱਕ ਵਧੀਆ ਚੀਜ਼ ਹੈਗੀ ਹੈ ਕਿ ਅਸੀਂ ਜਿਹੜਾ ਹੈ ਇੱਕ ਆਵਾਜ਼ ਮਾਰਦੇ ਹਾਂ, ਚਾਹੇ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਜਾਂ ਨਹੀਂ ਜਾਣਦੇ, ਅਸੀਂ ਇੱਕ ਦੂਜੇ ਦੀ ਮਦਦ ਦੇ ਲਈ ਹਮੇਸ਼ਾ ਤਿਆਰ ਹੁੰਦੇ ਹਾਂ। ਬੈਕ ਟੂ ਅਸੀਂ ਕਲੱਬ ਤੇ ਆਈਏ, ਤੇ ਕਲੱਬ ਦੇ ਬਾਰੇ ਜਾਂਦੇ ਜਾਂਦੇ ਸਾਨੂੰ ਟੂਰਨਾਮੈਂਟਸ ਦੇ ਬਾਰੇ ਵੀ ਦੱਸੋ। ਟੂਰਨਾਮੈਂਟਸ ਕਦੋਂ ਹੁੰਦੇ ਨੇ, ਇਸ ਵੇਲੇ ਚੱਲ ਰਹੇ ਹੈਗੇ ਨੇ, ਤੇ ਕਿਸ ਤਰ੍ਹਾਂ ਚੱਲਦੇ ਨੇ ਇਹ ਟੂਰਨਾਮੈਂਟਸ? ਹਾਂਜੀ, ਆਹ ਜਿਹੜਾ ਸਮਰ ਦਾ ਟਾਈਮ ਹੁੰਦਾ ਹੈ ਅਰਸ਼ਦੀਪ ਜੀ, ਤਾਂ ਬਹੁਤ ਹੀ ਜ਼ਿਆਦਾ ਬਿਜ਼ੀ ਟਾਈਮ ਹੁੰਦਾ ਹੈ, ਸਪੈਸ਼ਲੀ ਟੈਨਿਸ ਵਾਸਤੇ। ਟੈਨਿਸ ਸੀਜ਼ਨ ਜਿਹੜਾ ਯੂਜੂਅਲੀ ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ ਤੇ ਸਤੰਬਰ ਤੱਕ ਚੱਲਦਾ ਹੈਗਾ। ਤੇ ਇਸ ਵਾਰੀ ਸਾਡਾ ਕਿਉਂਕਿ ਹੁਣ ਰਿਸਟ੍ਰਿਕਸ਼ਨ ਥੋੜ੍ਹੀਆਂ ਜਿਹੀਆਂ ਲਿਫਟ ਹੋਈਆਂ, ਹੁਣ ਡਬਲਸ ਵੀ ਅਲਾਉ ਕੀਤਾ ਹੈ BC ਟੈਨਿਸ ਨੇ ਔਰ ਟੈਨਿਸ ਕੈਨੇਡਾ ਨੇ, ਤਾਂ ਇਸ ਵੇਲੇ ਸਾਡੀ ਸਿੰਗਲਸ ਲੀਗ ਜਿਹੜੀ ਚੱਲ ਰਹੀ ਹੈ ਮਈ ਤੋਂ ਸ਼ੁਰੂ ਹੋਈ ਸੀਗੀ, ਉਹ ਸਤੰਬਰ ਦੇ ਵਿੱਚ ਪਹਿਲੀ ਵੀਕ 'ਤੇ ਖਤਮ ਹੋ ਜਾਣੀ ਹੈ। ਇਸ ਤਰ੍ਹਾਂ ਹੁਣ ਜਿਹੜਾ ਸਿੰਗਲਸ ਟੂਰਨਾਮੈਂਟ ਹੈਗਾ ਉਹ ਵੀ ਲਿਖਿਆ ਗਿਆ ਹੈਗਾ, ਉਸ ਅਗਸਤ 20 ਤੋਂ ਲੈ ਕੇ ਅਗਸਤ 22 ਤੱਕ ਉਹਦੀਆਂ ਡੇਟਸ ਹੈਗੀਆਂ। ਉਹਦੇ ਵਿੱਚ ਜਿਹੜੇ ਪਲੇਅਰ ਆ ਸਿੰਗਲਸ 1-on-1 ਜਿਹੜੇ ਆ ਉਹ ਇੱਕ ਦੇ ਅਗੇਂਸਟ ਕੰਪੀਟ ਕਰਨਗੇ। ਤਾਂ ਉਸ ਤੋਂ ਅਗਲੀ ਵੀਕਐਂਡ ਹੈਗੀ ਆ ਤਕਰੀਬਨ 26 ਤੋਂ ਲੈ ਕੇ 29 ਤੱਕ 4 ਦਿਨ ਜਿਹੜਾ ਸਾਡਾ ਪ੍ਰੀਮੀਅਰ ਇਵੈਂਟ ਹੁੰਦਾ ਹੈ ਉਹ ਡਬਲਸ ਹੈਗਾ, ਜਿਹਦੇ ਵਾਸਤੇ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਲੋਅਰ ਮੇਨਲੈਂਡ ਦੇ ਵਿੱਚ। ਤਾਂ ਨਿਊਟਨ ਟੈਨਿਸ ਕਲੱਬ ਦਾ ਇਹ ਜਾਣਿਆ ਜਾਂਦਾ ਹੈ ਡਬਲਸ ਟੂਰਨਾਮੈਂਟ ਕਰਕੇ। ਹਰੇਕ ਸਾਲ ਦੇ ਜਿਹੜੇ ਪਲੇਅਰ ਆਉਂਦੇ ਆ ਨਾ ਬਾਹਰਲੇ ਕਲੱਬਾਂ ਤੋਂ, ਵੈਨਕੂਵਰ, ਬਰਨਬੀ ਤੋਂ, ਉਹ ਪੁੱਛਦੇ ਆ ਵੀ ਡਬਲਸ ਟੂਰਨਾਮੈਂਟ ਕਦੋਂ ਹੋਣਾ ਨਿਊਟਨ ਟੈਨਿਸ ਕਲੱਬ ਦਾ। ਔਰ ਇਹਦੇ ਵਿੱਚ ਬਹੁਤ ਵਧੀਆ ਪ੍ਰਾਈਜ਼ ਵੀ ਰੱਖੇ ਜਾ ਰਹੇ ਆ, ਜਸਟ ਟੂ ਇਨਕਰੇਜ ਯੰਗ ਕਿਡਸ ਟੂ ਕਮ ਆਊਟ ਐਂਡ ਪਲੇ। ਬਿਲਕੁਲ, ਬਹੁਤ ਵਧੀਆ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈਗਾ ਹੈ, ਚਾਹੇ ਉਹ ਬੱਚਿਆਂ ਨੂੰ ਲੈ ਕੇ ਆ, ਚਾਹੇ ਬਜ਼ੁਰਗ ਹੈਗੇ ਆ, ਚਾਹੇ ਗਰਲਸ ਹੈਗੀਆਂ, ਫੀਮੇਲਸ ਹੈਗੀਆਂ ਨੇ, ਉਹਨਾਂ ਨੂੰ ਗੇਮ ਦੇ ਵੱਲ ਲੈ ਕੇ ਜਾਣਾ, ਟੈਨਿਸ ਦੇ ਵੱਲ ਲੈ ਕੇ ਜਾਣਾ, ਤੇ ਨਾਲ ਗਿਵਿੰਗ ਬੈਕ ਟੂ ਕਮਿਊਨਿਟੀ ਦਾ ਕਨਸੈਪਟ ਤੁਸੀਂ ਲੈ ਕੇ ਚੱਲ ਰਹੇ ਹੈਗੇ ਹੋ। ਅੱਜ ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਸਾਨੂੰ ਜਾਣਕਾਰੀ ਦਿੰਦੇ ਰਹੋ ਕਿ ਟੈਨਿਸ ਕਲੱਬ ਦੇ ਵਿੱਚ ਕੀ ਕੁਝ ਹੋ ਰਿਹਾ, ਕਿਸ ਤਰ੍ਹਾਂ ਪਾਰਟਿਸਿਪੇਟ ਕੀਤਾ ਜਾ ਸਕਦਾ। ਤੇ ਅੱਜ ਦੇ ਲਈ ਕੀ ਮੈਸੇਜ ਹੋਏਗਾ ਤੁਹਾਡਾ ਵਿਊਅਰਸ ਨੂੰ, ਗੁਰਮੁਖ ਜੀ? ਮੈਸੇਜ ਵੀਰ ਲਈ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਫੂਡ ਡਰਾਈਵ ਦੇ ਵਿੱਚ ਪੂਰੇ ਹਮਾ ਕੇ ਪਹੁੰਚੋ ਤੇ ਸਾਡੀ ਮਦਦ ਕਰੋ। ਨਾਲ ਦੀ ਨਾਲ ਅਸੀਂ ਕਮਿਊਨਿਟੀ ਦੀ ਰਲ ਕੇ ਮਦਦ ਕਰੀਏ। ਤੇ ਨਿਊਟਨ ਟੈਨਿਸ ਕਲੱਬ ਹਮੇਸ਼ਾ ਤੁਹਾਡਾ ਕਲੱਬ ਆ, ਤੁਹਾਡਾ ਸਾਰਿਆਂ ਦਾ ਕਲੱਬ ਆ ਜੀ, ਇਹ ਸਾਂਝਾ ਕਲੱਬ ਆ ਤੇ ਸਾਰੇ ਬੰਦਿਆਂ ਦਾ ਵੈਲਕਮ ਆ। ਤੇ ਕੋਈ ਵੀ ਕਮਿਊਨਿਟੀ ਹੋਵੇ, ਕੋਈ ਭੇਦਭਾਵ ਨਹੀਂ ਹੈਗਾ ਸਾਡੇ 'ਚ। ਤੇ ਅਸੀਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਆ ਕੇ ਮੈਂਬਰ ਵੀ ਬਣੋ ਸਾਡੇ, ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰੇਕ ਕੰਮ ਦੇ ਵਿੱਚ ਸਾਡੀ ਮਦਦ ਕਰੋ। ਧੰਨਵਾਦ ਜੀ, ਤੁਸੀਂ ਕੀ ਕਹੋਗੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਤੁਹਾਡਾ ਕਰਨਾ ਚਾਹੂੰਗਾ ਅਰਸ਼ਦੀਪ ਜੀ, ਸਾਂਝਾ TV ਔਰ ਲਾਈਵ ਜਿਹੜਾ ਮੀਡੀਆ ਹੈਗਾ, ਕਿਉਂਕਿ ਮੀਡੀਆ ਦੀ ਸਪੋਰਟ ਦੇ ਨਾਲ ਹੀ ਜਿਹੜੇ ਸੁਨੇਹੇ ਹੈਗੇ ਸਾਰੇ ਆਪਣੇ ਜਿਹੜੇ ਵਿਊਅਰਸ ਤੱਕ ਪਹੁੰਚਦੇ ਆ। ਔਰ ਵਿਊਅਰਸ ਨੂੰ ਮੈਂ ਬੇਨਤੀ ਕਰੂੰਗਾ ਵੀ ਵੱਧ ਚੜ੍ਹ ਕੇ ਸਾਡੇ ਫੂਡ ਡਰਾਈਵ ਦੇ ਵਿੱਚ ਹਿੱਸਾ ਪਾਓ, ਔਰ ਵਲੰਟੀਅਰ ਵੀ ਕਰ ਸਕਦੇ ਆ। ਆਪਣੀ ਟੈਨਿਸ ਕਲੱਬ ਦੀ ਜਿਹੜੀ ਵੈਬਸਾਈਟ ਆ ਉਹ ਤੋਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ, ਸਾਰੀ ਜਿਹੜੀ ਇਨਫੋਰਮੇਸ਼ਨ ਹੋਊਗੀ। ਤਾਂ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਚੜ੍ਹ ਕੇ, ਹੋਪਫੁਲੀ ਉਦੋਂ ਸਨੀ ਹੋਊਗਾ, ਵੈਦਰ ਸੋਹਣਾ ਹੋਊਗਾ, ਤੇ ਵੱਧ ਚੜ੍ਹ ਕੇ ਆਪਾਂ ਜਿਹੜਾ ਸਾਰਿਆਂ ਨੇ ਯੋਗਦਾਨ ਪਾਉਣਾ ਤਾਂ ਕਿ ਆਪਾਂ ਜਿਹੜੇ ਹੈਗੇ ਆ ਨੀਡੀ ਪੀਪਲ ਉਹਨਾਂ ਦੀ ਹੈਲਪ ਕਰ ਸਕੀਏ। ਬਿਲਕੁਲ, ਥੈਂਕ ਯੂ ਸੋ ਮਚ ਤੁਹਾਡਾ ਵੀ, ਤੁਸੀਂ ਕਲੱਬ ਦੇ ਵੱਲੋਂ ਇੱਥੇ ਆਏ ਹੈਗੇ ਆ ਤੇ ਸਾਡੇ ਨਾਲ ਇਹ ਸਾਰੀ ਗੱਲਬਾਤ ਜਿਹੜੀ ਸ਼ੇਅਰ ਕੀਤੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਅਰਸ਼ਦੀਪ ਜੀ, ਥੈਂਕ ਯੂ। ਸੋ ਅੱਜ ਜਿੱਦਾਂ ਗੱਲਬਾਤ ਹੋਈ ਹੈ ਕਿ ਫੂਡ ਡਰਾਈਵ ਕੀਤੀ ਜਾ ਰਹੀ ਹੈ ਨਿਊਟਨ ਐਥਲੈਟਿਕ ਪਾਰਕ ਦੇ ਵਿੱਚ ਕੀਤੀ ਜਾ ਰਹੀ ਹੈ 15 ਅਗਸਤ ਨੂੰ ਸਵੇਰ 10 ਵਜੇ ਤੋਂ ਲੈ ਕੇ 4 ਵਜੇ ਤੱਕ। ਤੁਸੀਂ ਜੇ ਉੱਥੋਂ ਨੇੜਿਓਂ ਲੰਘ ਰਹੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਇਸ ਫੂਡ ਡਰਾਈਵ ਦੇ ਵਿੱਚ ਹਿੱਸਾ ਲੈਣਾ, ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ। ਤੇ ਨਾਨ ਪੈਰੀਸ਼ੇਬਲ ਆਈਟਮਸ ਜਿਹੜੀਆਂ ਨੇ ਸਿਰਫ ਤੇ ਸਿਰਫ ਉਹੀ ਉੱਥੇ ਡੋਨੇਟ ਕੀਤੀਆਂ ਜਾ ਸਕਦੀਆਂ ਨੇ। ਸਰੀ ਫੂਡ ਬੈਂਕ ਦੇ ਲਈ ਇਹ ਫੂਡ ਡਰਾਈਵ ਕੀਤੀ ਜਾ ਰਹੀ ਹੈ, ਟੈਨਿਸ ਕਲੱਬ ਦੇ ਵੱਲੋਂ ਕੀਤੀ ਜਾ ਰਹੀ ਹੈ, ਤਾਂ ਕਿ ਜਿਹੜੇ ਕੋਈ ਵੀ ਲੋਕ ਜਿਹੜੇ ਸੜਕਾਂ ਤੇ ਰਹਿ ਰਹੇ ਨੇ ਜਾਂ ਗਰੀਬ ਨੇ ਜਿਹੜੇ ਇਹ ਅਫੋਰਡ ਨਹੀਂ ਕਰ ਸਕਦੇ ਫੂਡ ਨੂੰ, ਤਾਂ ਉਹ ਇਹ ਫੂਡ ਜਿਹੜਾ ਹੈ ਉਹਨਾਂ ਤੱਕ ਪਹੁੰਚਾਇਆ ਜਾ ਸਕੇ। ਜੇ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤਾਂ ਸਕਰੀਨ ਦੇ ਉੱਤੇ ਸਾਡੇ ਨੰਬਰ ਆ ਰਹੇ ਨੇ, ਤੁਸੀਂ ਇਹਨਾਂ ਤੇ ਕਾਲ ਕਰ ਸਕਦੇ ਹੋ, ਤੇ ਨਾਲ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਰ ਇਨਫੋਰਮੇਸ਼ਨ ਤੁਹਾਡੇ ਤੱਕ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।